ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜੇਤਾ ਜੀਉ ਪਿੰਡ ਸਭ ਤੇਰਾ, ਤੂੰ ਅੰਤਰਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹਿ ਜਨ ਨਾਨਕ, ਜੇਹਾ ਤੂੰ ਕਰਾਏ ਹੈ ਤੇਹਾ ਹਉ ਕਰੀ ਵਖਿਆਨ। ਬਾਲਾ ਪ੍ਰੀਤਮ 8ਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਚਰਨ ਛੋਹ ਪ੍ਰਾਪਤ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਜੁਗੋ ਜੁਗ ਅਟਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਅੰਦਰ ਜੁੜ ਬੈਠ ਕਰਕੇ ਗੁਰਬਾਣੀ ਕੀਰਤਨ ਦਾ ਆਨੰਦ ਮਾਣ ਰਹੇ ਸਤਸੰਗੀ ਜਨੋ, ਆਓ ਜੋ ਹੁਣੇ ਆਪ ਜੀ ਨੇ ਗੁਰਬਾਣੀ ਦੀ ਚੱਲ ਰਹੀ ਜੋ ਲੜੀਵਾਰ ਕਥਾ ਹੈ, ਉਸ ਸ਼ਬਦ ਦਾ ਮੂਲ ਪਾਠ ਸਤਿਬਾਨਯੋਗ ਭਾਈ ਜੀ ਹੋਰਾਂ ਪਾਸੋਂ ਸਰਵਨ ਕੀਤਾ ਹੈ, ਉਸ ਦੀ ਵਿਚਾਰ ਨਾਲ ਜੁੜੀਏ। ਵਿਚਾਰ ਆਰੰਭ ਕਰਨ ਤੋਂ ਪਹਿਲਾਂ ਸਾਰੀਆਂ ਸੰਗਤਾਂ ਗੁਰਫਤਿਹ ਦੀ ਸਾਂਝ ਪਾਓ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਾਝ ਰਾਗ ਅੰਦਰ ਗੁਰੂ ਅਰਜੁਨ ਦੇ ਪਿਤਾ ਜੀ ਦੀ ਉਚਾਰਨ ਕੀਤੀ ਹੋਈ ਇਹ ਬਾਣੀ, ਜਿਸ ਦਾ ਸਿਰਲੇਖ 12 ਮਾਹ ਹੈ। ਮਹੀਨੇ 12 ਨਹੀਂ, ਪਰ ਇਸ ਬਾਣੀ ਦੇ ਪਦੇ ਜਿਹੜੇ ਨੇ ਉਹ 14 ਨੇ। ਇਸ ਜੋ ਦੇਸੀ ਮਹੀਨੇ ਦਾ ਇਹ ਜੋ ਅੱਜ ਜਿਸ ਸ਼ਬਦ ਦਾ ਪਾਠ ਕੀਤਾ ਗਿਆ ਹੈ, ਇਹ 6ਵਾਂ ਮਹੀਨਾ ਹੈ, ਪਰ ਪਦਾ ਜਿਹੜਾ ਹੈ ਉਹ 7ਵਾਂ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅੰਦਰ 6 ਰੁੱਤਾਂ ਦਾ ਵਰਣਨ ਗੁਰੂ ਸਾਹਿਬ ਜੀ ਨੇ ਕੀਤਾ ਹੈ। 2-2 ਮਹੀਨੇ ਦੀ ਜਿਹੜੀ ਹੈ ਇੱਕ ਰੁੱਤ, ਜਿਹੜੀ ਰੁੱਤ ਹੁਣ ਚੱਲਦੀ ਪਈ ਹੈ ਗੁਰਬਾਣੀ ਅਨੁਸਾਰ ਇਹ ਬਸੰਤ ਰੁੱਤ ਹੈ, ਚੇਤ ਅਤੇ ਵੈਸਾਖ ਦੀ। ਤੇ ਜਿਹੜੇ ਸਾਉਣ ਅਤੇ ਭਾਦਰੋਂ 2 ਮਹੀਨੇ ਨੇ, ਇਹ ਮਹੀਨੇ ਬਰਸਾਤ ਦੇ ਨੇ। ਸਾਵਣ ਦੇ ਮਹੀਨੇ ਵਿੱਚ ਬਰਸਾਤ ਪੈਂਦੀ ਹੈ, ਪਰ ਭਾਦੋਂ ਦੇ ਮਹੀਨੇ ਵਿੱਚ ਜਾ ਕੇ ਫਿਰ ਬਰਸਾਤ ਕੁਝ ਘਟ ਜਾਂਦੀ ਹੈ। ਕਦੀ ਬਹੁਤ ਗਰਮੀ ਲੱਗਣ ਲੱਗ ਪੈਂਦੀ ਹੈ, ਭਰਮ ਜਿਹਾ ਪੈਦਾ ਹੋ ਜਾਂਦਾ ਹੈ, ਹੁਣੇ ਬਰਸਾਤ ਪਵੇਗੀ, ਪਤਾ ਨਹੀਂ ਲੱਗਦਾ ਕਦੋਂ ਧੁੱਪ ਨਿਕਲ ਆਵੇ, ਕਦੋਂ ਬਰਸਾਤ ਪੈਣ ਲੱਗ ਪਵੇ। ਇੱਕ ਤੇ ਇਹ ਬਾਹਰਲੀਆਂ ਰੁੱਤਾਂ ਜਿਹੜੀਆਂ ਨੇ ਇਹ ਸਾਡੇ ਸਰੀਰ ਤੇ ਪ੍ਰਭਾਵ ਪਾਉਂਦੀਆਂ ਨੇ, ਸਾਡੇ ਤੇ ਨਹੀਂ ਬਲਕਿ ਸਮੁੱਚੀ ਕਾਇਨਾਤ ਤੇ ਬਨਸਪਤੀ ਤੇ ਮੇਰੇ ਗੁਰਦੇਵ ਜੀ ਦਾ ਫੁਰਮਾਨ ਵੀ ਹੈ, ਜੇਹੀ ਰੁੱਤ ਕਾਇਆ ਸੁਖ ਤੇਹਾ ਤੇਹੋ ਜੇਹੀ ਦੇਹੀ। ਜਿਹੋ ਜੀ ਰੁੱਤ ਹੁੰਦੀ ਹੈ, ਸਾਡੀ ਕਾਇਆ ਵੀ ਉਸੇ ਰੁੱਤ ਨੂੰ ਉਸੇ ਤਰ੍ਹਾਂ ਮਹਿਸੂਸ ਕਰਦੀ ਹੈ। ਪਰ ਇੱਕ ਇੱਥੇ ਜੋ ਗੁਰਦੇਵ ਪਿਤਾ ਜੀ ਨੇ ਇਸ ਪਾਵਨ ਪਵਿੱਤਰ ਬਾਣੀ ਅੰਦਰ ਜੋ ਗੁਰਮਤਿ ਸਿੱਖਿਆ ਸਾਨੂੰ ਬਖਸ਼ਿਸ਼ ਕੀਤੀ ਹੈ, ਹਰੇਕ ਮਹੀਨਾ ਜਿਹੜਾ ਮਰਜ਼ੀ ਮਹੀਨਾ ਹੁਣ ਤੱਕ ਤੁਸੀਂ
ਪਿੱਛੇ 5 ਮਹੀਨੇ ਦੇ ਪ੍ਰਥਾਏ ਜੋ ਸਤਿਗੁਰੂ ਜੀ ਨੇ ਸ਼ਬਦ ਉਚਾਰਨ ਕੀਤੇ ਨੇ, ਚੇਤ ਤੋਂ ਲੈ ਕੇ ਸਾਵਣ ਤੱਕ, ਜਾਂ ਪਹਿਲਾ ਪਦਾ ਜਿਹੜਾ ਭੂਮਿਕਾ ਵਜੋਂ ਕਿਰਤ ਕਰਮ ਕੇ ਵਿਛੁੜੇ, ਹਰੇਕ ਸ਼ਬਦ ਦੇ ਅੰਦਰ ਸਤਿਗੁਰੂ ਗੁਰਦੇਵ ਪਿਤਾ ਜੀ ਨੇ ਜੀਵਨ ਮਨੋਰਥ ਦੀ ਗੱਲ ਕੀਤੀ ਹੈ ਕਿ ਮਨੁੱਖ ਨੇ ਸੰਸਾਰ ਵਿੱਚ ਆ ਕੇ ਇੱਥੇ ਕਰਨਾ ਕੀ ਹੈ ਤੇ ਇਹ ਕਰਦਾ ਕੀ ਪਿਆ। ਭਾਦੋਂ ਦੇ ਮਹੀਨਿਆਂ ਵਾਲਾ ਜਿਹੜਾ ਸ਼ਬਦ ਹੈ, ਇਹਦੇ ਵਿੱਚ ਅੱਜ ਮੇਰੇ ਗੁਰਦੇਵ ਪਿਤਾ ਜੀ ਨੇ ਭਰਮ ਦੀ ਗੱਲ ਕੀਤੀ ਹੈ। ਭਰਮ ਤੇ ਇੱਕ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ 12ਵਾਂ ਬਾਣੀ ਸਿਰਲੇਖ ਹੋਰ ਵੀ ਹੈ ਤੁਖਾਰੀ ਰਾਗ ਵਿੱਚ, ਉਹ 12ਵਾਂ ਗੁਰੂ ਨਾਨਕ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਹੈ। ਉਹਦੇ ਵਿੱਚ ਵੀ ਜਿਵੇਂ ਇੱਥੇ ਗੁਰੂ ਅਰਜਨ ਸਾਹਿਬ ਪਿਤਾ ਜੀ ਨੇ ਪਹਿਲੀਆਂ ਪੰਕਤੀਆਂ ਭਾਦੋਏ ਭਰਮ ਭੁਲਾਣੀਆਂ, ਤੇ ਉੱਥੇ ਵੀ ਭਾਦੋ ਭਰਮ ਭੁੱਲੀ ਭਰ ਜੋਬਨ ਪਛੁਤਾਣੀ, ਜਲ ਥਲ ਨੀਰ ਭਰੇ ਬਰਸ ਰੁੱਤੇ ਰੰਗ ਮਾਣੀ। ਉੱਥੇ ਵੀ ਸਤਿਗੁਰੂ ਗੁਰਦੇਵ ਪਿਤਾ ਜੀ ਨੇ ਭਰਮ ਦੀ ਗੱਲ ਕੀਤੀ ਹੈ। ਹੁਣ ਅਸੀਂ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਕੋਲੋਂ ਪੁੱਛਣਾ ਹੈ, ਸੱਚੇ ਪਾਤਸ਼ਾਹ ਜੀ ਉਹ ਭਰਮ ਕਿਹਨੂੰ ਕਹਿੰਦੇ ਨੇ? ਤੇ ਸਤਿਗੁਰੂ ਬਾਣੀ ਵਿੱਚ ਬਖਸ਼ਿਸ਼ ਕਰਦੇ ਨੇ, ਭਗਤ ਰਵਿਦਾਸ ਜੀ ਦਾ ਸ਼ਬਦ ਹੈ ਸੋਰਠ ਰਾਗ ਵਿੱਚ, ਤੇ ਉਹ ਸ਼ਬਦ ਦੀਆਂ ਜਿਹੜੀਆਂ ਰਹਾਉ ਵਾਲੀਆਂ ਪੰਕਤੀਆਂ ਨੇ, ਮਾਧਵੇ ਕਿਆ ਕਹੀ ਹੈ ਭਰਮ ਐਸਾ, ਕੀ ਕਹੀਏ ਭਰਮ ਦੇ ਬਾਰੇ, ਭਰਮ ਇਹੋ ਜਿਹਾ ਹੈ ਕਿਆ ਕਹੀਏ। ਮਾਧਵੇ ਮਾਇਆ ਦੇ ਪਤੀ ਅਕਾਲ ਪੁਰਖ ਵਾਹਿਗੁਰੂ, ਭਰਮ ਦੇ ਬਾਰੇ ਕੀ ਕਹੀਏ, ਇਹੋ ਜਿਹਾ ਹੈ। ਕਿਹੋ ਜਿਹਾ? ਜੈਸਾ ਮਾਨੀਏ ਹੋਏ ਨਾ ਤੈਸਾ। ਜੋ ਅਸੀਂ ਮੰਨੀ ਫਿਰਦੇ ਹਾਂ ਅਸਲੀਅਤ ਉਹ ਨਹੀਂ ਹੁੰਦੀ, ਹੁੰਦਾ ਕੁਝ ਹੋਰ ਹੀ ਹੈ, ਇਹਨੂੰ ਭਰਮ ਕਹਿੰਦੇ ਨੇ। ਤੇ ਮੈਂ ਗੁਰੂ ਕੇ ਪਿਆਰ ਵਾਲਿਓ, ਅਸੀਂ ਸਤਿਗੁਰੂ ਗੁਰਦੇਵ ਪਿਤਾ ਜੀ ਦੇ ਦਰ ਤੇ ਗੁਰਬਾਣੀ ਦਾ ਕੀਰਤਨ ਸੁਣਦੇ ਹਾਂ, ਗੁਰਬਾਣੀ ਦਾ ਪਾਠ ਸੁਣਦੇ ਹਾਂ, ਗੁਰਬਾਣੀ ਦੀ ਕਥਾ ਸੁਣਦੇ ਹਾਂ, ਤੇ ਇਹਦਾ ਮਨੋਰਥ ਹੀ ਇਹ ਹੈ ਕਿ ਅਸੀਂ ਚੰਗੀ ਤਰ੍ਹਾਂ ਗੁਰੂ ਦੀ ਮੱਤ ਦ੍ਰਿੜ ਕਰ ਲਈਏ, ਤਾਂ ਕਿ ਅਸੀਂ ਇਹਨਾਂ ਵਹਿਮਾਂ ਭਰਮਾਂ ਤੋਂ ਮੁਕਤ ਹੋ ਸਕੀਏ। ਸਿੱਖ ਰਹਿਤ ਮਰਿਆਦਾ ਕਿਤੇ ਪੜ੍ਹੋ, ਗੁਰਬਾਣੀ ਦੀ ਕਥਾ ਵਾਲਾ ਚੈਪਟਰ। ਕਥਾ ਦਾ ਮਨੋਰਥ ਗੁਰਮਤਿ ਦ੍ਰਿੜ ਕਰਵਾਉਣਾ ਹੈ। ਤੇ ਸਤਿਗੁਰੂ ਕਹਿੰਦੇ ਨੇ, ਜਿਹੜੀ ਜੀਵ ਰੂਪੀ ਇਸਤਰੀ ਭਰਮ ਦੇ ਵਿੱਚ ਭੁੱਲ ਗਈ, ਭਾਦੋਏ ਭਰਮ ਭੁਲਾਣੀਆਂ, ਦੂਜੇ ਲੱਗਾ ਹੇਤ, ਦੂਜੇ ਦਾ ਅਰਥ ਹੈ ਦੂਜੇ ਪਾਸੇ ਇਹਦਾ ਪਿਆਰ ਪੈ ਗਿਆ। ਖੇਤ ਲਾਸਟ ਪੰਕਤੀ ਵਿੱਚ ਵੀ ਆਏਗਾ ਤੇ ਪਹਿਲੀ ਪੰਕਤੀ ਵਿੱਚ ਹੀ ਆਇਆ, ਹੇਤ ਅਰਥ ਇੱਕੋ ਹੀ ਨੇ। ਉੱਥੇ ਗੁਰੂ ਦੇ ਪਿਆਰ ਦੀ ਗੱਲ ਕੀਤੀ ਹੈ, ਇੱਥੇ ਗੁਰੂ ਦੇ ਪਿਆਰ ਨੂੰ ਛੱਡ ਕੇ, ਪਰਮਾਤਮਾ ਨੂੰ ਛੱਡ ਕੇ ਦੂਜੇ ਪਿਆਰ ਦੀ ਗੱਲ ਕੀਤੀ ਹੈ ਪਿਆਰ ਹੀ ਹੈ। ਜਦੋਂ ਬੰਦਾ ਭਰਮਾਂ ਵਿੱਚ ਪੈ ਜਾਂਦਾ ਹੈ, ਉਦੋਂ ਭਰਮਾਂ ਦੇ ਕਾਰਨ ਇਹਦਾ ਪਿਆਰ ਪਰਮਾਤਮਾ ਨਾਲੋਂ, ਗੁਰੂ ਨਾਲੋਂ ਟੁੱਟ ਕੇ ਕਿਸੇ ਹੋਰ ਨਾਲ ਪੈ ਜਾਂਦਾ ਹੈ। ਤੇ ਜਦੋਂ ਇਹਦਾ ਪਿਆਰ ਸਤਿਗੁਰੂ ਨਾਲ ਪੈ ਜਾਂਦਾ ਹੈ, ਪਰਮਾਤਮਾ ਦੇ ਗੁਣਾਂ ਨਾਲ ਇਹਦਾ ਪਿਆਰ ਬਣ ਜਾਂਦਾ ਹੈ, ਫਿਰ ਹੋਰਨਾਂ ਪਾਸੇ ਇਹਦਾ ਸਾਰਾ ਕੁਝ ਟੁੱਟ ਜਾਂਦਾ ਹੈ, ਪਿਆਰ ਜਿਹੜਾ ਹੈ। ਤੇ ਸਤਿਗੁਰੂ ਜੀ ਫਰਮਾਉਂਦੇ ਨੇ, ਭਾਦੋਏ ਭਰਮ ਭੁਲਾਣੀਆਂ, ਦੂਜੇ ਲੱਗਾ ਹੇਤ। ਹੁਣ ਭਰਮ ਜਿਹੜਾ ਹੈ, ਆਲੇ 4 ਦਿਨ ਹੋਏ ਨੇ, ਵਿਸਾਖੀ ਦਾ ਦਿਹਾੜਾ ਜਿਹਨੂੰ ਆਪਾਂ ਕਹਿੰਦੇ ਹਾਂ, ਖਾਲਸਾ ਜੀ ਦਾ ਸੰਪੂਰਨਤਾ ਸਾਜਨਾ ਦਿਵਸ, ਤੇ ਗੁਰੂ ਕੇ ਕੀਰਤੀਆਂ ਕੋਲੋਂ ਆਪਾਂ ਇਹ ਸ਼ਬਦ ਸੁਣੇ ਨੇ ਬੜੀ ਵਾਰੀ, ਵੀ ਖਾਲਸਾ ਅਸਲ ਵਿੱਚ ਕੌਣ ਹੈ, ਖਾਲਸਾ ਕਹਿਲਾਉਣ ਦਾ ਹੱਕਦਾਰ ਕੌਣ ਹੈ।
ਭਰਮ ਭੇਖ ਤੇ ਰਹਿ ਨਿਆਰਾ, ਸੋ ਖਾਲਸਾ ਸਤਿਗੁਰੂ ਹਮਾਰਾ। ਖਾਲਸਾ ਖਾਸ ਕਹਾਵੈ ਸੋਈ, ਜਾਕੈ ਹਿਰਦੈ ਭਰਮ ਨਾ ਹੋਈ। ਜਿਹਦੇ ਅੰਦਰ ਭਰਮ ਨਹੀਂ, ਉਹਨੂੰ ਸਤਿਗੁਰੂ ਗੁਰਦੇਵ ਪਿਤਾ ਜੀ ਆਪਣਾ ਸਤਿਗੁਰੂ ਮੰਨਦੇ ਨੇ। ਆਪਾਂ ਕਹਿੰਦੇ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰੂ ਚੇਲਾ, ਬਾਕੀ ਵੀ ਗੁਰੂ ਸਾਹਿਬਾਨ, ਧੰਨ ਗੁਰੂ ਨਾਨਕ ਸਾਹਿਬ ਜੀ ਬਾਕੀ ਵੀ ਸਤਿਗੁਰਾਂ ਨੇ ਮੱਥੇ ਟੇਕੇ ਆਪਣੇ ਸਤਿਗੁਰਾਂ ਨੂੰ। ਗੁਰੂ ਅੰਗਦ ਸਾਹਿਬ ਜੀ ਨੂੰ ਗੁਰੂ ਨਾਨਕ ਸਾਹਿਬ ਜੀ ਨੇ, ਗੁਰੂ ਅੰਗਦ ਸਾਹਿਬ ਜੀ ਨੂੰ ਗੁਰੂ ਅਮਰਦਾਸ ਜੀ ਨੇ, ਇਸ ਤਰ੍ਹਾਂ ਬਾਕੀ। ਤੇ ਗੁਰੂ ਦਸਵੇਂ ਪਾਤਸ਼ਾਹ ਜੀ ਨੇ ਵਿਸਾਖੀ ਵਾਲੇ ਦਿਹਾੜੇ ਪੰਜਾਂ ਦੇ ਅੱਗੇ ਗੋਡੇ ਟੇਕੇ। ਤੇ ਸਤਿਗੁਰੂ ਕਹਿੰਦੇ ਨੇ ਖਾਲਸਾ ਉਹ ਹੈ ਜਿਹਦੇ ਵਿੱਚ ਭਰਮ ਨਾ ਹੋਵੇ। ਤੇ ਇਹ ਸਾਖੀ ਬੜੀ ਪ੍ਰਚਲਿਤ ਹੈ। ਆ ਜਿਹੜਾ ਇੱਕ ਕਕਾਰ ਅਸੀਂ ਹੱਥ ਵਿੱਚ ਕੜਾ ਪਾਇਆ ਹੋਇਆ ਨਾ, ਇਹ ਵਹਿਮਾਂ ਭਰਮਾਂ ਦਾ ਖੰਡਨ ਕਰਦਾ ਹੈ। ਜਿਸ ਨੇ ਵੀ ਕੜਾ ਪਾਇਆ ਹੋਇਆ ਹੈ ਉਹ ਸਮਝ ਲਵੋ ਉਹ ਵਹਿਮੀ ਭਰਮੀ ਨਹੀਂ ਹੈ। ਤੇ ਵਹਿਮਾਂ ਭਰਮਾਂ ਤੋਂ ਮੁਕਤ ਹੋਣ ਵਾਸਤੇ ਸਤਿਗੁਰੂ ਗੁਰਦੇਵ ਪਿਤਾ ਜੀ ਦੀ ਚਰਨ ਸ਼ਰਨ ਵਿੱਚ ਆ ਕੇ ਗੁਰਬਾਣੀ ਦੀ ਕਥਾ ਕੀਰਤਨ ਪਾਠ ਸੁਣਨਾ ਜਿਹੜਾ ਹੈ ਧਿਆਨ ਦੇ ਨਾਲ ਬਹੁਤ ਲਾਜ਼ਮੀ ਹੈ। ਤਾਂ ਹੀ ਅਸੀਂ ਵਹਿਮਾਂ ਭਰਮਾਂ ਤੋਂ ਮੁਕਤ ਹੋ ਸਕਦੇ ਹਾਂ। ਜੋ ਮੈਂ ਧੰਨ ਗੁਰੂ ਨਾਨਕ ਸਾਹਿਬ ਜੀ ਵਾਲੇ 12 ਮੰਦ ਸ਼ਬਦ ਦੀ ਗੱਲ ਕਰਿਆ ਸਾਂ, ਭਾਦੋਂ ਭਰਮ ਭੁੱਲੀ ਭਰ ਜੋਬਨ ਪਛਤਾਨੀ। ਉੱਥੇ ਜਵਾਨੀ ਦੀ ਗੱਲ ਕੀਤੀ। ਜਵਾਨੀ ਵਿੱਚ ਆ ਕੇ ਜੀਵ ਰੂਪੀ ਇਸਤਰੀ ਜਿਹੜੀ ਹੈ ਇਹ ਭਰਮ ਵਿੱਚ ਭੁੱਲ ਜਾਂਦੀ ਹੈ। ਤੇ ਧਨਾਸਰੀ ਰਾਗ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਬਦ, ਸਾਧੂ ਇਹ ਜਗ ਭਰਮ ਭੁਲਾਨਾ, RAM ਨਾਮ ਕਾ ਸਿਮਰਨ ਛੋੜਿਆ, ਮਾਇਆ ਹਾਥ ਬਿਕਾਨਾ। ਸਾਰਾ ਸੰਸਾਰ ਦਾ ਮਤਲਬ ਹੈ ਬਹੁਤਾਤ ਲੋਕ ਜਿਹੜੇ ਨੇ, ਬਹੁਤਾਤ ਲੋਕ ਭਰਮ ਵਿੱਚ ਹੀ ਭੁੱਲੇ ਭਟਕੇ ਫਿਰਦੇ ਨੇ, ਆਪਣਾ ਜੀਵਨ ਅਜਾਈਂ ਗਵਾਰੇ ਨੇ। ਰਾਮ ਦੇ ਨਾਮ ਦਾ ਸਿਮਰਨ ਛੱਡ ਕੇ ਮਾਇਆ ਦੇ ਹੱਥ ਆਪਣਾ ਜੀਵਨ ਸਸਤੇ ਭਾਅ ਵਿੱਚ ਹੀ ਜਾ ਰਹੇ ਨੇ। ਤੇ ਇਹਦੇ ਵਿੱਚ ਜਾ ਕੇ ਅੱਗੇ ਪੰਕਤੀ ਆਉਂਦੀ ਹੈ, ਜੋਬਨ ਧਨ ਪ੍ਰਭ ਤਾਕੈ ਮਦ ਮੈਂ ਅਹਨਿਸ ਰਖੈ ਦੀਵਾਨਾ। ਜਵਾਨੀ ਅਤੇ ਧਨ ਅਤੇ ਪ੍ਰਭਤਾ, ਆਪਣੀ ਵਡਿਆਈ, ਆਪਣੀ ਹਕੂਮਤ, ਇਹਦੇ ਨਸ਼ੇ ਵਿੱਚ ਬੰਦਾ ਪਾਗਲ ਹੋਇਆ ਫਿਰਦਾ ਹੈ। ਇਹਨੂੰ ਪਾਗਲ ਕਰ ਦਿੰਦੇ ਵੇ, ਭਰਮ ਵਿੱਚ ਆਪੇ ਭੁੱਲਣਾ ਹੀ ਹੈ। ਬਸ ਸੋਚਦਾ ਹੈ ਜੋ ਮੈਂ ਹਾਂ ਮੇਰੇ ਵਰਗਾ ਹੋਰ ਕੋਈ ਹੋ ਹੀ ਨਹੀਂ ਸਕਦਾ। ਤੇ ਸਤਿਗੁਰੂ ਗੁਰਦੇਵ ਪਿਤਾ ਜੀ ਨੇ ਗੁਰਬਾਣੀ ਅੰਦਰ ਜਿੱਥੇ 5 ਚੋਰਾਂ ਦੀ ਗੱਲ ਕੀਤੀ ਹੈ ਨਾ, ਇਸ ਦੇ ਹੀ ਅੰਦਰ 5 ਚੋਰ ਵਸੈ, ਕਾਮ ਕ੍ਰੋਧ ਲੋਭ ਮੋਹ ਹੰਕਾਰਾ। ਉੱਥੇ ਸਤਿਗੁਰੂ ਨੇ ਠੱਗਾਂ ਦੀ ਵੀ ਗੱਲ ਕੀਤੀ ਹੈ। ਠੱਗ ਬੰਦੇ ਨੂੰ ਕਦੋਂ ਠੱਗਦੇ ਨੇ? ਚੋਰ ਤੇ ਸੁੱਤਿਆਂ ਪਿਆਂ ਚੋਰੀ ਕਰਦੇ ਨੇ, ਸੰਨ ਲਾ ਕੇ ਚੋਰੀ ਕਰਦੇ ਨੇ। ਜਦੋਂ ਮੌਕਾ ਮਿਲਦਾ ਵੇਖਿਆ ਕੋਈ ਵੇਖਤੇ ਨਹੀਂ ਰਿਹਾ, ਚੋਰੀ ਕਰਕੇ ਭੱਜ ਜਾਂਦੇ ਨੇ। ਪਰ ਜਿਹੜੇ ਠੱਗ ਨੇ ਤੁਹਾਨੂੰ ਜਾਗਦਿਆਂ ਹੋਇਆਂ ਐਸੇ ਭਰਮਾਂ ਵਿੱਚ ਪਾਉਣਗੇ, ਤੁਸੀਂ ਵੀ ਭਰਮਾਂ 'ਚ ਫਸ ਕੇ ਤੁਸੀਂ ਉਹਨਾਂ ਦੇ ਹੱਥੋਂ ਠੱਗੇ ਜਾਂਦੇ ਹੋ। ਫਿਰ ਬਾਅਦ 'ਚ ਪਤਾ ਲੱਗਦਾ ਮੈਂ ਤੇ ਠੱਗਿਆ ਗਿਆ। ਉਹ 5 ਠੱਗ ਨੇ, ਰਾਜ ਮਾਲ ਰੂਪ ਜਾਤ ਜੋਬਨ। 5 ਠੱਗ, ਇੰਨੀ ਠੱਗੀ ਜੱਗ ਠੱਗਿਆ ਕਿਨੇ ਨਾ ਰੱਖੀ ਲੱਜ। ਇਹ ਕਿਸੇ ਦੀ ਲੱਜਿਆ ਨਹੀਂ ਕਰਦੇ, ਕਿਸੇ ਦੀ ਸ਼ਰਮ ਹਿਆ ਨਹੀਂ। ਇਹਨਾਂ ਨੂੰ ਠੱਗਾਂ ਦਾ ਕੰਮ ਠੱਗਣਾ ਹੁੰਦਾ, ਉਹ ਠੱਗ ਕੇ ਚੱਲਦੇ ਬੰਦੇ ਨੇ। ਰਾਜ ਨੇ ਠੱਗ ਲਿਆ, ਮਾਲ ਸਬਾਬ ਨੇ ਠੱਗ ਲਿਆ, ਰੂਪ ਨੇ ਠੱਗ ਲਿਆ, ਜਵਾਨੀ ਨੇ ਠੱਗ ਲਿਆ, ਉੱਚੀ ਜਾਤ ਦਾ ਮਾਨ ਜਿਹੜਾ ਭਰਮਾਂ ਵਿੱਚ ਪੈ ਗਿਆ ਤਾਂ ਵੀ ਠੱਗਿਆ ਗਿਆ। ਤੇ ਯਾਦ ਰੱਖਿਓ, ਜਿਹੜਾ ਬੰਦਾ ਭਰਮਾਂ ਵਿੱਚ ਪੈ ਕੇ ਆਪਣਾ ਜੀਵਨ ਬਤੀਤ ਕਰਦਾ ਨਾ, ਇੱਕ ਸ਼ਬਦ ਭਰਮ ਹੈ ਤੇ ਦੂਜਾ ਸ਼ਬਦ ਹੈ ਧਰਮ। ਜੇ ਅਸੀਂ ਚਾਹੁੰਦੇ ਹਾਂ ਕਿ ਸਾਡੇ ਵਿੱਚੋਂ ਇਹ ਭਰਮ ਨਿਕਲ ਜਾਣ ਤੇ ਭਰਮਾਂ ਨੂੰ ਕੱਢ ਕੇ ਉਹਦੀ ਥਾਂ ਤੇ ਤੁਹਾਨੂੰ ਧਰਮ ਟਿਕਾਉਣਾ ਪੈਣਾ ਹੈ। ਭਗਤ ਕਬੀਰ ਜੀ ਦੇ ਜਦੋਂ ਅਸੀਂ ਇਹ ਸ਼ਬਦ ਨੂੰ ਪੜ੍ਹਦੇ ਹਾਂ,
देखो भाई ज्ञान की आई आंधी, सबे उडानी भ्रम की टाटी, रहे ना माया बांधी। कहते ने ज्ञान की हनेरी आ गई। हे भाई वेखो, ते उत्थे वो छप्पर की गल कीती है जिन्हों असीं छानवी कहते हाँ, जो कक्खां की बनी हुंदी है कुल्ली। जिवें हनेरी दे विच ये छप्पर सारे उड़ जाते ने, भगत जी ने उत्थे जिहड़ा अपने अंदर अज्ञानता दा भरमां दा एक छप्पर बनया होया सी, ज्ञान दी हनेरी ने उन्होंने उड़ा दिता। एक चेते रखियो, ज्ञान अते धर्म दा आपस विच बड़ा डूंगा संबंध है। कबीरा, जहां ज्ञान तहां धर्म है, जिथे ज्ञान है उत्थे धर्म होवेगा, ते जिथे धर्म होवेगा उत्थे भरम नहीं होवेगा। दो चीज़ां कदी कट्ठियां नहीं रह सकदियां। भरम जिहड़ा है ये हनेरा है, धर्म जिहड़ा है चानन है। धर्म ज्ञान है, भरम अज्ञानता नूं कहंदे ने। ज्ञान दी हनेरी आवे ते फिर भी मनुख दे अंदर उसे तरह ही वो भरम दा छप्पर जिहड़ा बनिया रहे, ये किवें हो सकदा है। भगत कबीर जी बनारस दे रहन वाले ने। वो ਜਿਹੜੇ सो ਕਾਲਡ विद्वान ने ना खौती उन्हां विच घिरे हुए ने। उन्हां दियां बड़ियां गल्लां उन्हां नूं सुननियां भी पैंदियां ने। उन्हां नूं अपनी जात दा गुमान, जो मैं पहलां कह रहा, इस भरम विच भी भगती करन दे हकदार असीं हां, इह ते भगती कर ही नहीं सकदे। पर ਜਿਹੜੇ भगत हुंदे ने उन्हां दी चाल गुरु अमरदास पिता जी कहंदे ने निराली हुंदी है। भगतां की चाल निराली। वो केवल कहते नहीं, वो करके भी विखांदे ने। केवल गल्लां बातां नाल नहीं कि भरम चला गया जी, भरम इस तरह हो गया जी, भरम चला जाता, मैं कथा कर दी, श्रोतियां ने सुन ली, मैं कहां मेरा कथा करन दे नाल भरम चला गया, श्रोते कहन सुन के भरम चला गया। नहीं, भरम जाना है जदों असी गुरु दे उपदेश नूं मन्नांगे। जपजी साहिब विच पढ़दे आ, मन्नै मग न चलै पंथ, मन्नै धर्म सेती संबंध। मन्नन करके होर किसे मग, किसे पंथ दा, किसे रस्ते दा पंथ ही नहीं बनता। प्रभु दा नाम मन्नन करके उहदे अंदर धर्म जिहड़ा, हुण धर्म दी परिभाषा सतगुरु ने, पहला मैं भरम की गल की सी ना, तो सतगुरु गुरुदेव पिता ने धर्म की भी गल की। धर्म की है? सर्ब धर्म में श्रेष्ठ धर्म, हर को नाम जप निर्मल करम। कोई भी किसी भी धर्म के नाल संबंधित है, जे हरि का नाम नहीं जपदा, जो परमात्मा नाल नहीं जुड़िया, जां उहदे कर्म निर्मल नहीं, तो फिर ये सोच लेना चाहिए, समझ लेना चाहिए, वो धर्म का केवल अडंबर है, वो धर्म का केवल विखावा ही है। उन्हें केवल धर्म का बुरका ही पहनया होया है। जिथे ज्ञान आ जाए उथे ते अज्ञानता, जिथे चानन है उथे हनेरा किवें टिकेगा। एक म्यान में दो तलवारां किवें टिकणगियां। ते भगत कबीर जी कहते ने, सबे उडानी भ्रम की टाटी, रहे ना माया बांधी। टाटियां हुंदियां ने जिहड़ियां छप्पर दे ओ फिड़के दे आसे पासे लाए जांदे ने, उन्हां नूं टाटियां कहंदे ने। कहंदे ने कोई भरम दी टाटी भी नहीं रही। दुचित्ते की दोए थून गिरानी, दो थम्मियां हुंदियां ने ते वला पाया हुंदा है, छप्पर जदों खड़ा करदे ने। दुचित्तापन, दुचित्तेपन नूं ते भरम कहंदे ने, होर की है। दुबदा भी आपां कहंदे हां नूं। ते सतगुरु गुरुदेव पिता जी ते सानू ये समझाते ने, होए एकत्र मिलो मेरे भाई, दुबदा दूर करो लिवलाए, हर नामे के होवो जोड़ी, गुरमुख बैसो सफा बिछाए। दुचित्ते की दोए थून गिरानी, मोह बलेंडा टूटा, तिशना छान परी धर ऊपत, ऊपर दुरमत भांडा फूटा। भैड़ी मत वाला भांडा ही टुट गया, उहदे उत्ते जदों वो मोह दा वला गिरिया ना, वो भी टुट गया। पर एक मैं इत्थे बेनती करां, सुक्का ज्ञान नहीं,
आंधी पाछै जो जल बरखै ते तेरा जन पीना। हनेरी आउंदी है ना, बड़ा घट्टा मिट्टी उड़दा है, बड़ा नुकसान बड़ा कुछ करदी है, पर नाल ही किते बरसात पैनी शुरू हो जावे तो घट्टा मिट्टी उड़दा सारा बह जाता है। ज्ञान दे नाल शरधा, अन्नी शरधा नहीं, ज्ञान भरपूर शरधा। आंधी पाछै जो जल बरखै तेह तेरा जन पीना। कहो कबीर मन भया प्रगासा उदय भान जब चीना। उदय मैंने जदों सूरज चढ़दा है, भान मैंने सूरज, जदों सूरज वेख लिया। ये वक्री गल है, कोई अपने कमरे विच दरवाजे खिड़कियां बंद करके बैठा होया है, खिड़कियां खोलदा ही कोई नहीं, दरवाजे खोलदा ही कोई नहीं, ते कहंदा है हनेरा ही हनेरा है। गल ते खिड़कियां नूं खोलण दी है। धन गुरु अमरदास पिता जी ने मैं कृपा बख्शिश की है ना, भनत नानक भरम पट खुले। पट का अर्थ रेशम ही है, तो पट कपट भी जिवें कपट आपां पढ़दे हां, कपट का अर्थ है कपाट, दरवाजे। गुर प्रसादी जानिया साची लिव लागी है, भीतर सतगुर स्यों मन मानिया। गुरु अर्जन दे पिता जी सर्ब सुखा बने, तेरे ओले भ्रम के परदे सतगुर खोले। जेड़े भ्रम दे परदे ने वो सतगुर खोल देंदे ने। कई बारी असी कोई बाणी गिनतियां मिनतियां विच पढ़न ते बड़ा जोर देंदे हां, पर गिनतियां मिनतियां दी थां ते किते गुरबाणी नूं प्यार नाल, किते विचार नाल पढ़िया जावे ते सुखमनी साहब बाणी विच भी सतगुरु कृपा करदे ने। गुर प्रसाद भरम का नाश। गुरु की कृपा उदों होई समझिओ जदों तुहाडे विचों ये भरम भुलेखे सारे उड़ गए। किसी भी धर्म का असी जो भरम पाली फिरदे हां, ते भगत कबीर जी ने, मैं जिवें पहला बेनती की, केवल कहा नहीं, आखिया नहीं, वो जिहड़े लोकां अंदर भरम घर कर चुके सन, भगत जी ने उन्हां नूं दूर करन दा प्रैक्टिकल तौर पर यतन किया। जदों भगत जी का, क्योंकि इहदे विच भी मौत संबंधी जिक्र आउणा अगे, ते जो भगत जी का आखिरली समा आया ना, अखीरला, सारी उम्र बनारस विच कांशी विच रहे, ते लास्ट समा मगहर की धरती ते आ गए। ये जदों लखनऊ तो आपां अगे जाने ना गोरखपुर साइड नूं, ते मगर स्टेशन आउंदा एक, गुरबाणी विच मगर का नाम आया है। उत्थे प्रचलित सी कि जिहड़ा इत्थे प्राण त्यागे आ गधे की जून विच पवेगा, जिहड़ा बनारस प्राण त्यागेगा वो सीधा स्वर्गां नूं जाएगा। पर जिवें पहला बेनती की है, करके विखाणा ते कहण विच बड़ा अंतर है। भगत जी कहंदे मैं करके विखावांगा, ते भगत जी ने प्राण मगहर की धरती ते त्यागे। ते भगत जी जे इस गुरबाणी में इस परताए शब्द भी हैं, जो जन भाओ भगत कछ जानै, ताको अचरज काहो, ज्यों जल जल में पैस न निकसै, त्यों ढुर मिलियो जुलाहो, हर के लोगा मैं तो मत का भोरा, जो तन काशी तजय कबीरा, रमैये कहा निहोरा। कहत कबीर सुनो रे रोई, भरम न भूलो कोई, क्या काशी क्या ऊखर, मगर राम हृदय जो होई। कदी भी एक ख्याल न लियाइए फलाना बंदा उस थां ते चढ़ाई कर गया ते पता नहीं वो सीधा स्वर्गवासी। ये भी तो भरम ही है ना, मरण तो बाद असी हर एक नूं स्वर्गवासी बना देंदे हां, भी तो भरम ही है। असी जिउंदियां जी स्वर्गवासी बनना ही नहीं चाहते। गुरबाणी ने जो स्वर्ग की गल की है, भगत जी ने कहा नहीं करके विखाया, तो बाणी विच भी आखिया। जो आ शब्द पढ़ते हैं ना सोठ राग दा, हमरा भरम गया पौ भागा, जब राम नाम चित लागा। अगे जाके कहते ने कथनी कह भरम न जाई, सब कथ कथ रही लुकाई, जाको गुरमुख आप बुझाई, ताकै हृदय रहा समाई। जेड़ी जीव इस्त्री भरम विच भुल गई, वो अपने खसम नूं, अपने पति नूं दुनियावी तौर पर भी आपां वेख लईए,
कोई इस्त्री हार श्रृंगार बड़ा करती होवे, अपनी पति की परवाही ना करती होवे, उन्हें लोकी की कहते हैं? दुहागणी आखते ने। दुहागणी क्या निशानियां खसमों कुत्थियां फिरे निमाणियां, वो भटकी फिरदी है। इसे तरह जिहड़ा भरम विच पै गया, असी ते कई बारी गुरबाणी पढ़ते हुए जिन्हां चीज़ां दा गुरबाणी खंडन करती है, असी नाल शब्द भी पढ़ी जाते हाँ ते नाल उही कर्म भी उही करी जाते हैं। जिवें गगन में थाल रब चंद दीपक बने ते नाले थाल भी घुमाई जाते, ये भरम नहीं तो होर की है। गल्लां दे नाल गुरु के प्यार वाले भरम नहीं जे जाने। सानू भी प्रैक्टिकल तौर पर सतगुरां दी पावन पवित्र बाणी ते दृढ़ता दे नाल पहरा देण दी लोड़ है, जरूरत है। जो गुर कहे सोई भल मानो। गुरमत के व्याख्याकार भाई साहब भाई गुरदास जी का कवित, भाई साहब ने तो कुछ उदाहरण दित्तियां ने समझाने वास्ते, पहला समझाते फिर अखीर गुरमत सिद्धांत की गल करते हैं। कहते ने तेली दे बल्द दियां अखां ते खोपे लगे हुंदे ने, सारा दिन चक्कर कट्टी जांदा इक्को थां ते। इत्थे दूजा पक्ष नहीं लिया भी वह मेहनत करता पिया भी वह तेल निकलता, वह पक्ष नहीं लिया गया। जदों कोई दृष्टांत दिता जाता तो एक पक्ष लिया जाता है। कई थावां ते भमरे ते कमल की प्रीत की गल की, किते आख्या भी इन्ना दा पिया मर जाता, उहदे विच एक पक्ष दृष्टांत। जैसे बैल तेली को जानत कई कोस चलियो, नैन उघरत वही ठौर ओ ठिकानो है। अखां खोलियां, मैं तो सोचा कि पहुंचया होगा किते सवेर का तुरया होया, खोपे खुले उथे। ते सच जानियो जिन्हां जीव रूपी इस्त्रियां दे अखां ते अज्ञानता दे खोपे लगे हुए ने, जागण दा यतन सुचेत होकर जीवन नहीं बतीत करदियां, उन्हां दी हालत भी यही है। उन्हां दी हालत तेली दे बल्द वर्गी, उत्थे चक्कर, असीं भी उत्थे चक्कर कट्टी जांदे हां। ते दूजी उदाहरण दित्ती भाई गुरदास जी ने, अन्ना मनुख मुंज दी रस्सी वट रिहा सी, कोल किते वच्छा आ गया, दिसदा ते है नहीं सी, ना कोई नेड़े सी, वो वट्टी जा रहा है, वो खाई जा रहा है। जदों खा के जो उन्हें काम अपना कर लिया ना, फिर हत्थां नाल टटोल के वेखदा है भी किन्नी को रस्सी वट्टी गई, उत्ते है ही कोई नहीं रस्सी, तां वच्छा खा गया। भरमां विच कीते हुए साडे कर्म इहो जिहे ने, याद रखियो, जिन्हां दा कोई मुल नहीं, कोई कीमत नहीं, तिन तिल नहीं कीमत जानी। जैसे जेवरी बटत आंधरो अचिंत जन चिंत, खात जात बछरो टटोरे पछतानो है। ते कहंदे ने मृग जिहड़ा ना जदों प्यास लगदी है ना, मारू थल दे इलाके विच, तो रेगिस्तान विच दौड़दा है, सूरज दीयां किरणां रेते ते पैंदियां ने, उन्होंने इंज भुलेखा पैंदा है, भरम जिहा पैंदा है, पानी है, अगे पानी, फिर अगे पानी। असी भी कई बारी भरमां विच पै के इत्थे सुख नहीं, उत्थे सुख, इन्नी माया च सुख, इन्ना कम्मां विच सुख, उहदे विच सुख, वो सुख मिलदा ही कोई नहीं। ते गुरु साहब ने तां ते कहा, सुख ना ही रे हर भगत बिना, जीत जन्म ए रतन अमोलक, साध संगत जप एक खिना। ते भाई साहब जी उत्ते कहते, जैसे मृग तृष्णा लो धावै मृग त्रिखावंत, आवत न शांत भ्रम भ्रमत हिरानो है। तैसे सुपनंतर दिसंतर बिहाए गई, पहुंच न साक्यो तहां जहां मोहे जानो है। सुपनियां विच ही, सुपना की है? भरम है, होर की है? सुपने से ती चित मूर्ख लाया। सुपने कदी अज सुपना आ गया, दूजे दिन सुपना, सुपने नाल चित थोड़ा जो ना उते भरम है। जे सुपने आपां कहने भरम है, उदों आपां असलीयत नहीं समझते, चित नहीं जोड़ते, नूं भुलाउण दा यतन करते हैं। गुरु के प्यार वालिओ, इसे तरह भरम भुलेखे वालियां जिहड़ियां गल्लां ने, उन्हां नूं भी आपां भुलाउणा है। भरम विच जीव रूपी इस्त्री जिहड़ी भुल गई, जिहदा दूजे दे नाल प्यार पै गया, दूजे लगा खेत, हेत का अर्थ प्यार है। ते सतगुरु जी अगे समझा रहे ने, लख श्रृंगार बनाया कारज नाही केत। हुण जे कोई जीव इस्त्री या दुनियावी तौर पर कोई इस्त्री, जिवें पहला बेनती की सी, हार श्रृंगार ते पूरा जोर देंदी है, सब कुछ अपने नूं सजाउंदी बनाउंदी है,
पर पति की आग्या विच नहीं है, पति नाल बनदी ही नहीं ओदी, ते ओ श्रृंगार किहड़े काम। ते इत्थे जदों अध्यात्मक पक्ष तो आपां अर्थ करांगे, लख श्रृंगार बनाया, केवल धार्मिक भेख दे उत्ते जोर देना इसे गल ते ही। तां ही आपां पढ़िया सी, आ विसाखी वाले दिन सुनिया होना, धरे केस पाकुल बिन भेखी मूढ़ा सिख, प्रथम रहतीए जान खंडे की पाव। कद तक भरम पाली जावांगे, कदों भरमां विच रवांगे कि मैं गुरु दा सिख ज़्यादा हाँ। कहना सिख बनने का तो एको तरीका है, एको ही ढंग है जो मर्यादा सारिਆਂ वास्ते है, पर असीं भरमी बने फिरदे हाँ। लख श्रृंगार कर लीए, लख अनंबर मना लीए, कोई भावें जिहो जिहा पहरावा मर्जी पहन लवे, पर मतां कोई सोचे कि मेरे पहरावे ते ओ रीझ जावेगा। ते बाबा फरीद जी ने बचन कीते, फरीदा कन्ह मुसल्ला सूफ गल, दिल काती गुड़वात, बाहर दिसै चानना दिल अंधियारी रात। बाहरों भेख बड़ा वधिया है, लोकी ज्ञानी जी कहते ने, लोकी मुल्ला जी कहते ने, लोकी पंडित जी कहते ने, लोकी पादरी जी कहते ने। सारे आप धर्मां की गल करिए, सारे की गल है। गुरबाणी का तो जिहड़ा उपदेश है सारिਆਂ वास्ते है। जे पंडित वास्ते कमा मेरे वास्ते नहीं है, तो काजी वास्ते है, ये तो पंडित वास्ते है, जोगी वास्ते है, नहीं वो सारिਆਂ वास्ते ही है। परथाए साखी महापुरख बोलते सांझी सगल जहाने। इसलिए जिथे असी बाहरली निर्मलता, बाहरले श्रृंगार ते जोर देंदे हाँ ना, उत्थे जियों निर्मल बाहरों निर्मल, बाहरों तां निर्मल जियों निर्मल, सतगुर ते करनी कमानी। बाहरली निर्मलता तुहाडी तां ही जे तुसी अंदरों भी निर्मल हो। मारिया सिक्का जगत विच नानक निर्मल पंथ चलाया, इसे निर्मल पंथ नूं खालसा। निर्मल में जिस कोई मैल नहीं है, ते खालसा किहड़ा जिस कोई भरम नहीं है, किसी प्रकार का कोई है ही नहीं। ते फिर इत्थे सतगुरु गुरुदेव पिता गुरु अर्जुन दे पिता जी समझा रहे ने, जित दिन देह बिनस सी तित वेलै कहसन प्रेत। एक मैं होर बेनती करां, ते रुत्तां बदलदियां ने, माहां रुत्ती आमना वेखो कर्म कमाए। बसंत हर साल आउंदी है, पतझड़ हर साल आउंदी है, बरसात की रुत हर साल आउंदी है, सर्दी की रुत हर साल आउंदी है, हिमकर हर साल आउंदी है। तुसी चाहो तो हमेशा तुसी भादो के महीने में अपनी जिंदगी गुजार सकते हो। भादो जिहड़ा भरम च पिया, समझो भादो के महीने में ही चल तुरदा पिया। ते जिहदे घरों परमात्मा पति वस गया, जोड़ा परमात्मा पति नाल जुड़ गया, नानक तिन्ना बसंत है जिन कर वसिया कंत। भावें वह भादों का महीना क्यों ना होवे, भावें वह असाड़ का महीना क्यों ना होवे, भावें वह जेठ की गर्मी क्यों ना होवे, भावें ठंडियां हवावां बर्फीलियां क्यों ना चलदियां होण, उहदे अंदर सदा बसंत खेड़ा रहेगा। परमात्मा आप बसंत, साडा गुरु भी बसंत, ते गुरु ने बसंत रुत दे विच ही खालसे की संपूर्णता बख्शिश की है। बसंत रुत ना बहुती ठंडी हुंदी है ते ना बहुती गर्म हुंदी है। गुरु के प्यार वालिओ, इसलिए सतगुरु ने इत्थे सानू समझाया है, ये तुहाडे ते निर्भर करदा है, तुसीं भादो दे महीने च रहना है कि चेत दे महीने विच विचरना है, कि किवें अपना जीवन बतीत करना है। फिर पातशाह कहंदे ने, जिस दिन ये काया बिनसेगी, भावें कोई भी है, स्त्री मर्द कोई भी है, जीव रूपी स्त्री या कोई कह ली किसी की भी दे बिनसेगी, तित वेलै कहसन प्रेत वेलै। उस वेले इनू सारे प्रेत आखणगे। एक तो प्रेत मन्निया जाता है कि जिन्हां दी अखे जिन्हां दी मुक्ति नहीं हुंदी, वो रूहां भटकदियां फिरदियां ने, उन्होंने प्रेत मन्नी फिरदे ने। गुरबाणी विच इत्थे डैड बाडी नूं भी प्रेत कहा गया, मृतक शरीर नूं भी प्रेत कहा गया। घर की नार बहुत हित जास्यों सदा रहत संग लागी, जब ही हंस जी एक काया प्रेत प्रेत कर भागी। पवित्र हो गई है डैड बाडी। घर की नार उरै तन लागी, ओ तो भूत भूत कर भागी। ते दूजा प्रेत कल में प्रेत जिन्नी नाम ना पछाता। चल रहे समय वो बंदा प्रेत ही है जिन्हें नाम नू नहीं पछाणिया।
ਤੇ ਆਮ ਕਰਕੇ ਮੰਨਿਆ ਜਾਂਦਾ ਹੈ ਵੀ ਪ੍ਰੇਤ ਜਿਹੜੇ ਨੇ ਦੂਜਿਆਂ ਦਾ ਕੰਮ ਵਿਗਾੜਦੇ ਨੇ, ਚੰਬੜ ਹੀ ਜਾਂਦੇ ਨੇ। ਮੈਂ ਕਹਿੰਦਾ ਭਰਮ ਵਰਗਾ ਵੱਡਾ ਪ੍ਰੇਤ ਕਿਹੜਾ ਹੋ ਸਕਦਾ ਹੈ? ਜਿਹਨੂੰ ਚੰਬੜ ਗਿਆ ਉਹਦਾ ਖਹਿੜਾ ਛੇਤੀ ਛੱਡਦਾ ਹੀ ਕੋਈ ਨਹੀਂ, ਉਹਨੂੰ ਗੁਰਮਤ ਦੇ ਮਾਰਗ ਤੇ ਤੁਰਨ ਹੀ ਨਹੀਂ ਦਿੰਦਾ। ਇਸ ਕਾਇਆ ਨੇ ਬਿੰਸਣਾ, ਕਦੋਂ ਬਿੰਸਣਾ ਇਹਦੀ ਕੋਈ ਗਰੰਟੀ ਨਹੀਂ ਜੇ। ਇਸ ਲਈ ਜਿੰਨਾ ਛੇਤੀ ਹੋ ਸਕਦਾ ਹੈ, ਜਿੰਨੀ ਜਲਦੀ ਹੋ ਸਕਦਾ ਹੈ, ਸਤਿਗੁਰ ਗੁਰਦੇਵ ਪਿਤਾ ਜੀ ਦਰਸਾਏ ਤੇ ਮਾਰਗ ਤੇ ਸਾਨੂੰ ਚੱਲ ਕੇ ਗੁਰੂ ਵਾਲੇ ਬਣ ਕੇ ਖੰਡੇ ਬਾਟੇ ਦੀ ਪਾਹੁਲ ਛੱਕ ਕੇ ਵਹਿਮਾਂ ਭਰਮਾਂ ਪਖੰਡਾਂ ਤੋਂ ਮੁਕਤ ਹੋ ਕੇ ਆਪਣਾ ਜੀਵਨ ਜਿਉਣਾ ਚਾਹੀਦਾ ਹੈ। ਦੇਹ ਨੇ ਬਿੰਸ ਜਾਣਾ ਹੈ, ਇਹਨੇ ਸਦਾ ਨਹੀਂ ਟਿਕੀ ਰਹਿਣਾ। ਤਿਤ ਵੇਲੇ ਕੈਸਨ ਪ੍ਰੇਤ, ਪਕੜ ਚਲਾਇਨ ਦੂਤ ਜਮ, ਕਿਸੇ ਨਾ ਦੇਨੀ ਭੇਤ। ਲੈ ਕੇ ਜਦੋਂ ਨੂੰ ਪਕੜ ਕੇ ਲੈ ਗਏ ਨਾ, ਤੇ ਕਹਿੰਦੇ ਨੇ ਜਮ ਦੂਤਾਂ ਨੇ ਫਿਰ ਕਿਸੇ ਨੂੰ ਭੇਤ ਨਹੀਂ ਦੇਣਾ। ਜੋ ਪਰਮਾਤਮਾ ਦੇ ਭਾਵ ਜਿਵੇਂ ਵੀ ਉਹ ਜਿੰਦ ਨਿਕਲਦੀ ਹੈ, ਪਰਮਾਤਮਾ ਕੱਢਦਾ ਹੈ ਜਿੰਦ। ਭੇਤ ਚੇਤ ਹਰ ਕਿਸੇ ਨਾ ਮਿਲਿਓ। ਪਹਿਰੇ ਸਿਰਲੇਖ ਬਾਣੀ ਹੈ ਗੁਰੂ ਨਾਨਕ ਸਾਹਿਬ ਪਿਤਾ ਜੀ ਦੀ। ਜਾਂ ਜਮ ਪਕੜ ਚਲਾਇਆ, ਉਹ ਦੱਸਦਾ ਨਹੀਂ ਕਿਸੇ ਨੂੰ ਕਿੱਥੇ ਲੈ ਕੇ ਜਾ ਰਹੇ ਹਾਂ। ਪਰ ਇੱਥੇ ਸਾਡੇ ਵਿੱਚ ਬੜੇ ਭਰਮ ਨੇ, ਅਸੀਂ ਭਰਮ ਪਾਲਦੇ ਹਾਂ ਬਈ ਜਿਹੜੀ ਇਹ ਦੇਹ ਹੈ ਨਾ, ਇਹਨੂੰ ਜੇ ਕਿਤੇ ਅਗਨ ਭੇਟ ਕਰ ਦੇਵਾਂਗੇ ਤੇ ਪਤਾ ਨਹੀਂ ਇਹ ਕੀ ਹੋ ਜਾਏਗੀ। ਕੋਈ ਕਹਿੰਦਾ ਦਫਨਾ ਦੇਵਾਂਗੇ ਤੇ ਕੀ ਹੋ ਜਾਏਗਾ, ਕਹਿੰਦੇ ਜਲ ਪ੍ਰਵਾਹ ਕਰ ਦੇਵਾਂਗੇ। ਪਰ ਅਸੀਂ ਸਿੱਖ ਰਹਿਤ ਮਰਿਆਦਾ ਨੂੰ ਧਿਆਨ 'ਚ ਰੱਖਣਾ ਹੈ। ਮ੍ਰਿਤਕ ਸੰਸਕਾਰ ਪੜ੍ਹੋ, ਉੱਥੇ ਲਿਖਿਆ ਹੋਇਆ ਭਾਵੇਂ ਪ੍ਰਾਣੀ ਜਿੰਨੀ ਮਰਜ਼ੀ ਛੋਟੀ ਉਮਰ ਦਾ ਵੀ ਚੜ੍ਹਾਈ ਕਰ ਜਾਏ, ਪਹਿਲੇ ਨੰਬਰ ਤੇ ਸੰਸਕਾਰਨਾ ਹੈ, ਅਗਨ ਭੇਟ ਕਰਨੀ ਹੈ। ਜੇ ਨਹੀਂ ਫਿਰ ਤੁਸੀਂ ਕੋਈ ਵੀ ਰੀਤ ਅਪਣਾ ਸਕਦੇ ਹੋ, ਵਹਿਮ ਭਰਮ ਨਹੀਂ ਕਰਨਾ। ਗੱਲ ਤੇ ਭਰਮ ਦੀ ਹੈ, ਭਰਮਾਂ ਤੋਂ ਮੁਕਤ ਹੋਣਾ ਹੈ। ਜੇ ਨਹੀਂ ਤੇ ਫਿਰ ਕੋਈ ਗੱਲ ਨਹੀਂ, ਦਫਨਾ ਵੀ ਸਕਦੇ ਹੋ, ਜਲ ਪ੍ਰਵਾਹ ਵੀ ਕਰ ਸਕਦੇ ਹੋ। ਪਰ ਉਚੇਚੇ ਤੌਰ ਤੇ ਅਸੀਂ ਜਲ ਪ੍ਰਵਾਹ ਕਰੀਏ ਕਿ ਆਖੀ ਵੀ ਤਾਂ ਹੀ ਮੈਂ ਮੁਕਤ ਹੋਵਾਂਗਾ, ਬਿਲਕੁਲ ਨਹੀਂ। ਕਈ ਕਰਦੇ ਨੇ, ਸਾਰੇ ਤੁਸੀਂ ਜਾਣਦੇ ਹੀ ਹੋ ਗੁਰੂ ਕੇ ਪਿਆਰ ਵਾਲਿਓ। ਬੰਦਾ ਤੇ ਅਸੀਂ ਇੰਨੇ ਭਰਮੀ ਬਣ ਜਾਂਦੇ ਹਾਂ, ਸਾਨੂੰ ਇਹ ਨਹੀਂ ਪਤਾ ਆ ਜਿਹੜਾ ਮੇਰੇ ਗੁਰੂ ਸਾਹਿਬ ਦਾ ਚੌਰ ਹੈ ਇਹ ਕਿਤੇ ਝੁਲਣਾ ਚਾਹੀਦਾ ਹੈ। ਭਰਮ ਬੰਦਾ ਇੰਨਾ ਭਰਮਾਂ ਵਿੱਚ ਉਹ ਹੋ ਜਾਂਦਾ ਹੈ। ਗੁਰੂ ਕੇ ਪਿਆਰ ਵਾਲਿਓ, ਜਿਹੜੀ ਗੁਰੂ ਦੀ ਚੀਜ਼ ਹੈ ਉਹ ਕਿਸੇ ਡੈਡ ਬਾਡੀ ਉੱਤੇ ਝੁਲ ਸਕਦੀ ਹੈ। ਮੇਰੇ ਸਤਿਗੁਰੂ ਗੁਰਦੇਵ ਪਿਤਾ ਜੀ, ਇਸ ਕਰਕੇ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਬਾਣੀ ਵਿੱਚ ਸਾਰੇ ਸ਼ੰਕੇ ਨਿਰਵਿਰਤ ਕੀਤੇ ਨੇ। ਬਾਣੀ ਭਰਮਾਂ ਵਿੱਚ ਪਾਉਂਦੀ ਨਹੀਂ, ਭਰਮਾਂ ਵਿੱਚੋਂ ਕੱਢਦੀ ਹੈ ਨਿਰਮਲ ਬਾਣੀ। ਭਰਮ ਚੁਕਾਇਆ, ਇਹ ਪਵਿੱਤਰ ਬਾਣੀ ਭਰਮਾਂ ਚੋਂ ਕੱਢਦੀ ਹੈ। ਅਸੀਂ ਤੇ ਬਾਣੀ ਨੂੰ ਪੜ੍ਹਨ ਵਿੱਚ ਵੀ ਭਰਮ ਕਰਨ ਲੱਗ ਪਏ, ਗੁਰਦੁਆਰੇ ਆਉਣ ਵੇਲੇ ਵੀ ਭਰਮ ਕਰਨ ਲੱਗ ਪਏ। ਆਉਣਾ ਕਿਵੇਂ ਹੈ, ਆ ਕਿਵੇਂ ਕਰਨਾ ਹੈ। ਜਿਸ ਬਾਣੀ ਨੇ ਭਰਮ ਦੂਰ ਕਰਨੇ ਸਨ, ਅਸੀਂ ਉਸੇ ਬਾਣੀ ਨੂੰ ਭਰਮਾਂ ਵਿੱਚ। ਸਤਿਗੁਰੂ ਗੁਰਦੇਵ ਪਿਤਾ ਜੀ ਬਖਸ਼ਿਸ਼ ਕਰਦੇ ਨੇ, ਇੱਕ ਦੱਜੈ ਇੱਕ ਦੱਬੀਐ, ਇੱਕ ਨਾ ਕੁੱਤੇ ਖਾਹੇ, ਇੱਕ ਪਾਣੀ ਵਿੱਚ ਉਸਟੀਐ, ਇੱਕ ਫੀ ਫਿਰ ਹਸਨ ਪਾਂਗੇ। ਨਾਨਕ ਏਵ ਨਾ ਜਾਪਈ ਕਿੱਥੇ ਜਾਏ ਸਮਾਹੇ। ਗੁਰਬਾਣੀ ਤੇ ਸਿੱਖ ਰਹਿਤ ਮਰਿਆਦਾ ਨੂੰ ਧਿਆਨ ਗੋਚਰੇ ਰੱਖ ਕੇ ਸਾਨੂੰ ਸਾਰੇ ਸੰਸਕਾਰ ਸਾਡੇ ਕਰਨੇ ਚਾਹੀਦੇ ਨੇ। ਗੁਰਬਾਣੀ ਕੀ ਕਹਿੰਦੀ ਹੈ ਤੇ ਰਹਿਤ ਮਰਿਆਦਾ 'ਚ ਕੀ ਲਿਖਿਆ ਹੋਇਆ ਹੈ। ਛੱਡ ਖੜੋਤੇ ਖਿਨੇ ਮਾਹੇ ਜਿਨਸਿਓ ਲੱਗਾ ਹੇਤ। ਮੈਂ 2 ਵਾਰੀ ਕਿਹਾ ਸੀ, ਤੀਜੀ ਵਾਰੀ ਆ ਗਿਆ। ਮੈਂ ਪਹਿਲਾਂ ਸ਼ਾਇਦ 2 ਵਾਰੀ ਆਇਆ, 3 ਵਾਰੀ ਆ ਗਿਆ। ਜਿਨ੍ਹਾਂ ਨਾਲ ਬੜਾ ਪਿਆਰ ਸੀ, ਹੋਰ ਕਰ ਵੀ ਕੀ ਸਕਦੇ ਨੇ। ਕੋਈ ਮਰੇ ਨਾ ਮੋਇਆ ਨਾਲੇ, ਤੇ ਮਰਨਾ ਵੀ ਨਹੀਂ ਚਾਹੀਦਾ। ਇੱਥੇ ਤੇ ਬਿਰਹਾ ਹੈ, ਵਿਛੋੜਾ ਸਹਿਣਾ ਚਾਹੀਦਾ ਹੈ। ਤੇ ਸਤਿਗੁਰੂ ਕਹਿੰਦੇ ਨੇ ਖਿੰਨ ਮਾਤਰ ਵਿੱਚ ਸਾਰੇ ਸਾਥ ਛੱਡ ਜਾਂਦੇ ਨੇ ਜਿਨ੍ਹਾਂ ਦੇ ਨਾਲ ਬਹੁਤ ਜ਼ਿਆਦਾ ਪਿਆਰ ਸੀ। ਪ੍ਰੀਤਮ ਜਾਨ ਲੈ ਕੋ ਮਨ ਮਾਹੀ, ਆਪਣੇ ਸੁਖ ਸਿਓ ਹੀ ਜਗ ਫਾਂਦਿਓ, ਕੋ ਕਾਹੂ ਕੋ ਨਾਹੀ। ਸੁਖ में आन बहुत मिल बैठत रहत, चहूँ दिसके रह विपत परी सब ही संग छाडत, को न आवत निरह। एह बिद को व्यवहार बन्यो है, जांस्यो नेह लगायो। अंत बार नानक बिन हर जी, को काम ना आयो। पकड़ चलायन दूत जम, किसे न देनी भेत, छड़ खड़ोते खिने मैं जिनस्यों लगा हेत। ते जदों मौत हुंदी है ना, ਇਹ ਬਾਬਾ ਫਰੀਦ ਜੀ ਨੇ ਵੀ ਕਿਹਾ, ਜਿੰਦ ਨਿਮਾਣੀ ਕੱਢੀ ਹੈ ਹੱਡਾਂ ਕੂ ਕੜਕਾਏ। ਇਹ ਜਿਹਦੇ ਨਾਲ ਵਾਪਰਦੀ ਏ ਉਹੀ ਜਾਣਦਾ ਹੈ। ਜਿੰਦ ਜਦੋਂ ਸਰੀਰ ਚੋਂ ਨਿਕਲਦੀ ਹੈ, ਹੱਥ ਮਰੋੜੇ ਜਾਂਦੇ ਨੇ ਸਾਡੇ, ਤਨ ਇੰਜ ਲੱਗਦਾ ਜਿਵੇਂ ਵੱਢਿਆ ਜਾ ਰਿਹਾ ਹੈ। ਕੱਪੇ ਮੈਨੇ ਕਪਨਾ ਕੱਟਣਾ, ਸਿਆਹੂ ਹੋਵਾ ਸੇਤ। ਸਰੀਰ ਦੇ ਕਈ ਰੰਗ ਬਦਲਦੇ ਨੇ, ਚਿੱਟੇ ਤੋਂ ਕਾਲੇ ਤੋਂ ਚਿੱਟਾ, ਜੋ ਆਮ ਨਾਰਮਲ ਰੰਗ ਹੈ, ਕਹਿੰਦੇ ਕਈ ਰੰਗ ਬਦਲਦਾ ਹੈ।
ਤੇ ਸਤਿਗੁਰੂ ਕਹਿੰਦੇ ਹੱਥ ਮਰੋੜੈ ਤਨ ਕਪੈ ਸਿਆਹੂ ਹੋਵਾ ਸੇਤ। ਸੇਤ ਦਾ ਅਰਥ ਹੈ ਚਿੱਟਾ ਤੇ ਸਿਆਹ ਦਾ ਅਰਥ ਹੈ ਕਾਲਾ। ਤੇ ਅੱਗੇ ਜੋ ਗੁਰਦੇਵ ਪਿਤਾ ਨੇ ਬਖਸ਼ਿਸ਼ ਕੀਤੀ, ਜੇ ਖਾ ਬੀਜੈ ਸੋ ਲੁਣੈ ਕਰਮਾ ਸੰਦੜਾ ਖੇਤ। ਇਹ ਜਿਹੜਾ ਸਰੀਰ ਹੈ ਨਾ, ਇੱਕ ਤੇ ਕਿਸਾਨ ਆਪਣੀ ਜ਼ਮੀਨ ਦੇ ਵਿੱਚ ਫਸਲ ਬੀਜਦਾ, ਉਹ ਜਿਹੜੀ ਫਸਲ ਬੀਜਦਾ ਉਹੀ ਉਗਦੀ ਹੈ, ਉਹੀ ਵੱਢਦਾ। ਜਿਵੇਂ ਹੁਣ ਕਣਕ ਬੀਜੀ ਹੋਈ ਹੈ, ਹਾੜੀ ਦੀ ਫਸਲ ਹੈ, ਇਹ ਵੱਢਣੀ ਹੈ। ਸਾਉਣੀ ਵਿੱਚ ਜਾ ਕੇ ਮੁੰਜੀ, ਝੋਨਾ ਜਾਂ ਹੋਰ ਕੋਈ ਫਸਲਾਂ ਜਿਹੜੀਆਂ ਨੇ ਉਹ ਵੱਢੇਗਾ ਜਾ ਕੇ। ਇਹ ਤੇ ਹੈ ਨਹੀਂ ਕਿ ਬੀਜੇ ਕੁਛ ਤੇ ਉਹਦੇ ਥਾਂ ਤੇ ਕੋਈ ਵੱਢਣ ਹੋਰ ਕੋਈ ਚਲਾ ਜਾਵੇ। ਵੱਢਣੀ ਵੀ ਉਹਨੇ ਹੀ ਹੈ ਜਿੰਨੇ ਬੀਜੀ ਹੈ। ਬਾਬਾ ਫਰੀਦ ਜੀ ਦੇ ਸ਼ਲੋਕ, ਫਰੀਦਾ ਲੋੜੈ ਦਾਖ ਬਿਜੌਰੀਆਂ ਕਿੱਕਰ ਬੀਜੈ ਜੱਟ। ਵੱਟਾਂ ਤੇ ਕਿੱਕਰ ਦੇ ਬੀਜ ਬੀਜਦਾ ਪਿਆ ਤੇ ਚਾਹੁੰਦਾ ਵੀ ਬੀਜ ਤਾਂ ਦੇ ਕਿੱਕਰ ਪਿਆ, ਤੇ ਜੇ ਕਿਨੂੰ ਬਿਜੌਰ ਦੀਆਂ ਕਿਤੇ ਦਾਖਾਂ ਲੱਗ ਜਾਣ ਤੇ ਕਿੰਨੀ ਚੰਗੀ ਗੱਲ ਹੈ। ਉਹ ਨਹੀਂ, ਕਿੱਕਰ ਬੀਜੇਗਾ ਤੇ ਕਿੱਕਰ ਦੀਆਂ ਸੂਲਾਂ ਚੁੱਭਣਗੀਆਂ। ਇੱਥੇ ਕੇਵਲ ਸੂਲਾਂ ਵਾਲੇ ਕਿੱਕਰ ਦੀ ਲੱਕੜ ਬੜੀ ਵਧੀਆ ਹੁੰਦੀ ਹੈ। ਮੈਂ ਤੇ ਉਹ ਦੂਜਾ ਪੱਖ ਨਹੀਂ ਲੈਣਾ। ਸੂਲਾਂ ਕਰੇ ਅਭਿਮਾਨ ਚੁਭੇ ਤਿਸ ਸੂਲਾਂ ਕੋ ਕਾਢਨ ਕੋ ਨਹੀਂ। ਇਸ ਲਈ ਜਿਹੋ ਜਿਹਾ ਕੋਈ ਬੀਜੇਗਾ ਉਹ ਜਿਹਾ, ਇਹ ਨਹੀਂ ਕਿ ਬੀਜੇ ਕਿੱਕਰ ਨੇ ਤੇ ਆਖੀਏ ਇਹਨੂੰ ਅੰਗੂਰ ਲੱਗ ਜਾਣਗੇ। ਇਹ ਕਿਵੇਂ ਹੋ ਸਕਦਾ ਹੈ? ਹੰਡੈ ਉੱਨ ਕਤਾਏਂ ਦਾ ਪੈਦਾ ਲੋੜੈ ਪੱਟ। ਉੱਨ ਨੇ ਰੇਸ਼ਮ ਨਹੀਂ ਬਣਨਾ, ਰੇਸ਼ਮ ਕੱਤੋਗੇ ਤੇ ਰੇਸ਼ਮ ਬਣੇਗਾ। ਉੱਨ ਜੇ ਕੱਤੋਗੇ ਤੇ ਉੱਨ ਨੇ ਉੱਨ ਹੀ ਰਹਿਣਾ। ਉੱਨ ਬਣੋਗੇ ਤੇ ਉੱਨ ਦੇ ਕੱਪੜੇ ਪਹਿਨਣ ਨੂੰ ਤੁਹਾਨੂੰ ਮਿਲਣਗੇ। ਇਸ ਕਰਕੇ ਇਹ ਜਿਹੜੀ ਸਰੀਰ ਹੈ ਸਾਡਾ, ਇਹ ਵੀ ਧਰਤੀ ਹੈ। ਜੋ ਆਪਾਂ ਕਰਮ ਕਰਦੇ ਹਾਂ, ਕਈ ਵਾਰੀ ਨਾ ਆ ਦੂਜੀ ਧਰਤੀ ਵਿੱਚ ਵੀ ਬੀਜ ਬੜੀ ਦੇਰ ਪਿਆ ਰਹਿੰਦਾ ਹੈ, ਨਾ ਉੱਥੇ ਪੰਛੀਆਂ ਦੀ ਪਹੁੰਚ ਹੁੰਦੀ ਹੈ, ਪਿਆ ਰਹਿੰਦਾ ਹੈ। ਧਰਤੀ ਸੁੱਕੀ ਹੁੰਦੀ ਹੈ। ਫਿਰ ਕਿਤੇ ਜਾ ਕੇ ਜਦੋਂ ਬਰਸਾਤ ਪੈਂਦੀ ਹੈ, ਕਾਫੀ ਸਮੇਂ ਬਾਅਦ ਉਹ ਬੀਜ ਪੁੰਗਰ ਪੈਂਦੇ ਨੇ, ਜਦੋਂ ਉਹਨੂੰ ਨਮੀ ਮਿਲਦੀ ਹੈ ਧਰਤੀ ਵਿੱਚ। ਕਈ ਵਾਰੀ ਅਸੀਂ ਕੋਈ ਐਸਾ ਕਰਮ ਕਰਕੇ ਭੁੱਲ ਜਾਂਦੇ ਹਾਂ, ਚੰਗਾ ਕਰਮ ਕੀਤਾ ਸੀ ਤਾਂ ਵੀ ਭੁੱਲ ਗਏ, ਮਾੜਾ ਕੀਤਾ ਸੀ ਤਾਂ ਵੀ ਭੁੱਲ ਗਏ। ਤੇ ਕੁਝ ਸਮੇਂ ਬਾਅਦ ਜਦੋਂ ਫਿਰ ਉਹ ਆਕੇ ਫਿਰ ਸੋਚਦੇ ਹਾਂ, ਮੈਂ ਪਤਾ ਨਹੀਂ ਕਿਹੜਾ ਕਰਮ ਕੀਤਾ ਸੀ ਜਿਹੜਾ ਮੈਨੂੰ ਇਹ ਫਲ ਭੋਗਣਾ ਪੈ ਰਿਹਾ ਹੈ। ਚੰਗੇ ਕਰਮ, ਕਿਉਂਕਿ ਇਸ ਤੋਂ ਪਹਿਲਾਂ ਵੀ ਆਸਾੜ ਦਾ ਵਾਲਾ ਸ਼ਬਦ ਜਿਹੜਾ ਸੀ ਨਾ, ਉਹਦੇ ਵਿੱਚ ਵੀ ਜਿਹਾ ਬੀਜੈ, ਉਹਦੇ ਵਿੱਚ ਸਤਿਗੁਰੂ ਗੁਰਦੇਵ ਪਿਤਾ ਜੀ ਨੇ ਬਖਸ਼ਿਸ਼ ਕੀਤੀ ਸੀ। ਜੇਗਾ ਬੀਜੈ ਸੋ ਲੁਣੈ ਮੱਥੈ ਜੋ ਲਿਖਿਆਸ। ਜਿਹੋ ਜਿਹਾ ਬੀਜੇਗਾ ਉਹ ਵੱਢਣ ਨੂੰ ਤਿਆਰ ਰਵੀਂ। ਤਾਂ ਹੀ ਮੇਰੇ ਗੁਰੂ ਨਾਨਕ ਸਾਹਿਬ ਜੀ ਨੇ ਇੱਕ ਮੁਸਲਮਾਨ ਆਗੂ ਕਾਜ਼ੀ ਨੂੰ ਸਮਝਾਉਂਦਿਆਂ ਹੋਇਆਂ ਇਹ ਬਖਸ਼ਿਸ਼ ਕੀਤੀ ਸੀ, ਅਮਲ ਕਰ ਧਰਤੀ ਬੀਜ ਸ਼ਬਦੋ ਕਰ, ਸੱਚ ਕੀ ਆਬ ਨਿਤ ਦੇਹ ਪਾਣੀ। ਧਰਤੀ ਅਮਲ ਕਰਿਆ ਕਰ, ਦੂਜੇ ਅਮਲ ਨਹੀਂ। ਅਮਲ ਕਰ ਧਰਤੀ ਹੈ। ਜਿਵੇਂ ਜਿਸ ਨਸ਼ਿਆਂ ਵਿੱਚ ਆਪਾਂ ਕਹਿੰਦੇ ਸਾਡੀ ਜਵਾਨੀ ਰੁੜੀ ਜਾ ਰਹੀ ਹੈ, ਉਹ ਅਮਲਾਂ ਦੇ ਨਹੀਂ। ਅਮਲੀ ਜੀਵਨ ਦਾ ਮਤਲਬ ਕੀ ਹੈ? ਜੋ ਸਤਿਗੁਰ ਸਿੱਖਿਆ ਦਿੰਦੇ ਨੇ, ਜੋ ਗੁਰਬਾਣੀ ਤੋਂ ਸਾਨੂੰ ਉਪਦੇਸ਼ ਮਿਲਦਾ ਹੈ, ਉਹਨੂੰ ਅਮਲ ਵਿੱਚ ਲੈ ਕੇ ਉਸ ਅਨੁਸਾਰ ਜੀਵਨ ਜਿਉਣਾ। ਇਹਨੂੰ ਧਰਤੀ ਬਣਾ। ਬੀਜਣਾ ਕੀ ਹੈ? ਬੀਜ ਸ਼ਬਦੋ ਕਰ, ਉਹਦੇ ਵਿੱਚ ਸ਼ਬਦ ਬੀਜ। ਸੱਚ ਕੀ ਆਬ, ਸੱਚ ਦੀ ਸ਼ੋਭਾ, ਆਭਾ ਜਿਹਨੂੰ ਕਹਿੰਦੇ ਆ। ਨਿਤ ਦੇ ਪਾਣੀ, ਇਹ ਪਾਣੀ ਦੇ। ਹੋਏ ਕਿਰਸਾਨ, ਕਹਿੰਦੇ ਨੇ ਇਸ ਤਰ੍ਹਾਂ ਕਿਰਸਾਨੀ ਕਰ। ਉੱਥੇ ਕੀ ਪੈਦਾਗਾ? ਈਮਾਨ ਜਮਾਏ ਲੈ। ਈਮਾਨ ਦਾ ਅਰਥ ਹੈ ਧਰਮ। ਉੱਥੇ ਫਿਰ ਧਰਮ ਪੈਦਾ। ਜਿੱਥੇ ਧਰਮ ਪਹਿਲਾਂ ਬੇਨਤੀ ਕੀਤੀ, ਧਰਮੀ ਬੰਦਾ ਭਰਮੀ ਨਹੀਂ ਹੋ ਸਕਦਾ, ਭਰਮੀ ਬੰਦਾ ਧਰਮੀ ਨਹੀਂ ਹੋ ਸਕਦਾ। ਢੁੰਗੀ ਹੋ ਸਕਦਾ ਹੈ ਥੋੜੀ ਦੇਰ ਵਾਸਤੇ। ਜਦੋਂ ਪਰਦਾ ਜਦੋਂ ਹਟ ਗਿਆ ਤੇ ਫਿਰ ਤੇ ਆਪ ਹੀ ਸਭ ਕੁਝ ਪਤਾ ਚੱਲ ਜਾਣਾ ਹੈ। ਹੋਏ ਕਿਰਸਾਨ ਈਮਾਨ ਜਮਾਏ ਲੈ, ਭਿਸ਼ਤ ਦੋਜਕ ਮੂੜੇ ਏਵ ਜਾਣੀ। ਕਹਿੰਦੇ ਨੇ ਮੂਰਖਾ, ਫਿਰ ਤੈਨੂੰ ਪਤਾ ਲੱਗੇਗਾ ਕਿ ਅਸਲ ਨਰਕ ਕੀ ਹੈ ਤੇ ਸਵਰਗ ਕੀ ਹੈ। ਮਤ ਜਾਣ ਸੇ ਗੱਲੀ ਪਾਇਆ, ਮਾਲ ਕੈ ਮਾਨੇ ਰੂਪ ਕੀ ਸ਼ੋਭਾ, ਇਤ ਵਿਧੀ ਜਨਮ ਗਵਾਇਆ। ਇਸੇ ਵਿੱਚ ਹੀ ਸਾਰੀ ਉਮਰ ਤੂੰ ਗਵਾ ਦਿੱਤੀ। ਮਤ ਜਾਣ ਸੇ ਮਤਾ, ਤੂੰ ਭੁਲੇਖੇ ਵਿੱਚ ਰਵੇਂ ਗੱਲਾਂ ਦੇ ਨਾਲ ਨਾ। ਇੱਕ ਫਿਰੇ ਘਨੇਰੇ ਕਰੇ ਗੱਲਾਂ, ਗੱਲੀ ਕਿਨੇ ਨਾ ਪਾਇਆ।
ਜਿਹਾ ਜੋ ਕੋਈ ਬੀਜੇਗਾ ਉਹੋ ਜਿਹਾ ਉਹਨੂੰ ਆਪਣਾ ਕਰਮ ਰੂਪੀ ਜਦੋਂ ਬੀਜ ਪ੍ਰਫੁੱਲਤ ਹੋਵੇਗਾ ਨਾ, ਉਹ ਵੱਢਣ ਲਈ ਤਿਆਰ ਰਵੇ ਵੀ ਆ ਮੈਂ ਕੰਮ ਕੀਤਾ ਸੀ। ਕੋਈ ਵੀ ਹੈ, ਕੋਈ ਵੀ ਕਿਸੇ ਨਾਲ ਕੁਝ ਕਰਦਾ ਹੈ, ਬੁਰਾ ਕਰਦਾ ਹੈ, ਭਲਾ ਕਰਦਾ ਹੈ, ਤੇ ਗੁਰਬਾਣੀ ਤਾਂ ਤੇ ਕਿਹਦੀ ਪਰਕਾ ਬੁਰਾ ਨਾ ਰੱਖੋ ਚੀਤ, ਜਿਹਾ ਬੀਜੇ ਸੋਲ ਨੇ ਕਰਮਾ ਸੰਦੜਾ ਖੇਤ। ਅੱਗੇ ਸਭ ਨਾਨਕ ਪ੍ਰਭ ਸ਼ਰਨਾਗਤੀ ਚਰਨ ਬੋਹਿਤ ਪ੍ਰਭ ਦੇਤ। ਇਹ ਨਾਨਕ ਪ੍ਰਭੂ ਦੀ ਸ਼ਰਨ ਵਿੱਚ ਜਿਹੜਾ ਆ ਜਾਂਦਾ ਹੈ, ਪ੍ਰਭੂ ਜੀ ਆਪਣੇ ਚਰਨ ਰੂਪੀ ਜਹਾਜ਼ ਨੂੰ, ਪ੍ਰਭੂ ਦੇ ਚਰਨ ਕੀ ਨੇ? ਪ੍ਰਭੂ ਦੇ ਗੁਣ। ਗੁਰੂ ਦੇ ਚਰਨ ਕੀ ਨੇ? ਗੁਰੂ ਕੇ ਸ਼ਬਦ। ਇਹ ਜਹਾਜ਼ ਹੈ, ਚੇਤੇ ਰੱਖਿਓ। ਭੱਟ ਸਾਹਿਬਾਨਾਂ ਨੇ ਗੁਰੂ ਰਾਮਦਾਸ ਪਿਤਾ ਜੀ ਉਸਤੀ ਕਰਦਿਆਂ ਬਚਨ ਆਖੇ, ਗੁਰੂ ਜਹਾਜ਼ ਖੇਵਟ ਗੁਰ, ਗੁਰ ਬਿਨ ਤਰਿਆ ਨਾ ਕੋਏ, ਗੁਰ ਪ੍ਰਸਾਦ ਪ੍ਰਪਾਈਏ, ਗੁਰ ਬਿਨ ਮੁਕਤ ਨਾ ਹੋਏ। ਗੁਰੂ ਦੀ ਕਿਰਪਾ ਨਾਲ ਹੀ ਖਲਾਸੀ ਮੁਕਤੀ ਪ੍ਰਾਪਤ ਹੋਣੀ ਹੈ। ਭਰਮਾਂ ਤੋਂ ਜੇ ਮੁਕਤੀ ਆਪਾਂ ਪ੍ਰਾਪਤ ਕਰਨੇ ਲੋਚਦੇ ਹਾਂ ਤਾਂ ਚਰਨ ਬੋਹਿਤ ਪ੍ਰਭ ਦੇਤ, ਉਹਨਾਂ ਨੂੰ ਆਪਣੇ ਚਰਨ ਰੂਪੀ ਜਹਾਜ਼ ਦੇ ਦਿੰਦੇ ਨੇ ਅਕਾਲ ਪੁਰਖ ਜੀ ਕਿਰਪਾ ਕਰਕੇ, ਜਿਨ੍ਹਾਂ ਦਾ ਰਖਵਾਲਾ ਗੁਰੂ ਬਣ ਜਾਂਦਾ ਹੈ। ਤੇ ਅਖੀਰਲੇ ਪੰਕਤੀ ਵਿੱਚ ਹੈ ਸੇ ਬਹੁਵਚਨ ਹੁੰਦਾ ਤੇ ਸੋ ਇੱਕ ਵਚਨ। ਭਾਦੋਏ ਨਰਕ ਨਾ ਪਾਈਐ। ਪਹਿਲਾਂ ਸਤਿਗੁਰੂ ਨੇ ਭਰਮ ਦੀ ਗੱਲ ਕੀਤੀ, ਭਾਦੋਏ ਭਰਮ ਭੁਲਾਣੀਆਂ, ਤੇ ਹੁਣ ਇੱਥੇ ਅਖੀਰ ਤੇ ਜਾ ਕੇ ਨਰਕ ਦੀ ਗੱਲ ਕਰਦੇ ਨੇ। ਇੱਕ ਨਾ ਜਦੋਂ ਮੈਂ ਛੋਟਾ ਹੁੰਦਾ ਸੀ ਤੇ ਇਹ ਪੰਕਤੀ ਦੇ ਅਰਥ ਆਉਂਦੇ ਨਹੀਂ ਸਨ, ਤੇ ਉੱਥੇ ਆਪਣੇ ਨਾ ਕਹਿੰਦੇ ਨੇ ਵੀ ਗੁਰਬਾਣੀ 'ਚ ਲਿਖਿਆ ਜਿਹੜਾ ਭਾਦੋਂ ਦੇ ਮਹੀਨੇ ਵਿੱਚ ਚੜ੍ਹਾਈ ਕਰ ਜਾਂਦਾ ਉਹ ਨਰਕਾਂ ਵਿੱਚ ਨਹੀਂ ਜਾਂਦਾ। ਮੈਂ ਫਿਰ ਪੰਕਤੀ ਸੁਣਨੀ, ਮੈਂ ਕਿਹਾ ਵਾਕਈ ਸੱਚ ਹੀ ਲਿਖਿਆ ਹੋਇਆ ਬਈ ਭਾਦੋਂ ਜਿਹੜੇ ਮਰ ਗਏ ਉਹ ਤੇ ਸਿੱਧੇ ਸਵਰਗਾਂ 'ਚ ਗਏ। ਅੱਜ ਵੀ ਕਈ ਐਸੇ ਸਮਝਦੇ ਨਹੀਂ, ਇੱਥੇ ਕੋਈ ਭਾਦੋਂ ਸੌਣ ਐਸਾ ਨਹੀਂ ਹੈ। ਜਦੋਂ ਹੁਕਮ ਆਇਆ ਜਾਣਾ ਹੀ ਪੈਣਾ ਹੈ, ਜਿਸ ਦਿਨ ਦੇ ਬਿੰਸ ਸੀ ਉਹਦਾ ਹੁਕਮ ਸਾਨੂੰ ਜਾਣਾ ਪੈਣਾ ਹੈ। ਇੱਥੇ ਸਤਿਗੁਰੂ ਕਹਿੰਦੇ ਨੇ ਉਹ ਮਨੁੱਖ ਭਾਦੋਂ ਮਹੀਨੇ ਰਾਹੀਂ ਉਪਦੇਸ਼ ਜੜ ਕਰਵਾਉਂਦੇ ਨੇ ਸਤਿਗੁਰੂ, ਜਿਵੇਂ ਭਾਦੋਂ ਦੇ ਵਿੱਚ ਭਰਮ ਭੁਲੇਖਾ ਪਿਆ ਰਹਿੰਦਾ ਹੈ, ਤੇ ਕਹਿੰਦੇ ਜਿਹੜੇ ਭਰਮ ਵਿੱਚ ਨੇ ਉਹ ਸਮਝੋ ਨਰਕਾਂ ਵਿੱਚ ਪਏ ਹੋਏ ਨੇ। ਭਰਮ ਨੂੰ ਨਰਕ ਦੇ ਨਾਲ ਤੁਲਨਾ ਦਿੱਤੀ ਹੈ ਗੁਰੂ ਸਾਹਿਬ ਜੀ ਨੇ। ਇਸ ਲਈ ਜੇ ਤੁਸੀਂ ਨਰਕਾਂ ਤੋਂ ਸਵਰਗ ਵਿੱਚ ਜਾਣਾ ਚਾਹੁੰਦੇ ਹੋ ਆਪਾਂ ਸਾਰੇ, ਤੇ ਫਿਰ ਕੀ ਕਰਨਾ ਪਵੇਗਾ? ਫਿਰ ਆ ਚਰਨ ਬੋਹਿਤ ਪ੍ਰਭ ਦੇਤ ਵਾਲੀ ਸਾਨੂੰ ਵੀ ਇਹ ਬੋਹਿਤ ਤੇ ਸਵਾਰ ਹੋਣਾ ਪਏਗਾ। ਇਹ ਸਾਗਰ ਸੋਈ ਤਰੈ ਜੋ ਹਰ ਗੁਣ ਗਾਏ, ਸਾਧ ਸੰਗਤ ਕੈ ਸੰਗ ਵਸੈ ਵੱਡ ਭਾਗੀ ਪਾਏ। ਪਹਿਲਾਂ ਸਤਿਗੁਰੂ ਨੇ ਭਰਮ ਦੀ ਗੱਲ ਕੀਤੀ ਤੇ ਫਿਰ ਬਾਅਦ ਵਿੱਚ ਨਰਕ ਦੀ ਵੀ ਗੱਲ। ਕੌਤਕ ਕੋਡ ਤਮਾਸ਼ਿਆਂ ਚਿਤ ਨਾ ਆਵਸ ਨਾਉ, ਨਾਨਕ ਕੋੜੀ ਨਰਕ ਬਰਾਬਰੇ ਉਜੜ ਸੋਈ ਥਾਉ। ਮਹਾ ਭਿਆਨ ਉਦਿਆਨ ਨਗਰ ਕਰ ਮਾਨਿਆ। ਇਹ ਪੌੜੀ ਹੈ ਜੈਸਰੀ ਰਾਗ ਵਿੱਚ, ਸ਼ਲੋਕ ਨੇ 2, ਤੇ ਅਖੀਰਲੀ ਪੌੜੀ ਦੀ ਪੰਕਤੀ ਹੈ ਬਿਨ ਪੂਰੇ ਗੁਰਦੇਵ ਫਿਰੈ ਸ਼ੈਤਾਨਿਆ। ਬਿਨਾ ਪੂਰੇ ਗੁਰਦੇਵ ਤੋਂ ਬੰਦਾ ਸ਼ੈਤਾਨ ਹੈ ਤੇ ਸ਼ੈਤਾਨ ਨਰਕ ਭੋਗਦਾ ਹੈ। ਜਿਉਂਦਿਆਂ ਜੀ ਅਸੀਂ ਜਿਉਂਦਿਆਂ ਜੀ ਗੁਰੂ ਕੇ ਪਿਆਰ ਵਾਲਿਓ ਸਵਰਗਵਾਸੀ ਬਣਨਾ, ਤੇ ਜਿਨ੍ਹਾਂ ਦਾ ਗੁਰੂ ਰਖਵਾਲਾ ਆਪ ਬਣ ਜਾਂਦਾ ਹੈ, ਫਿਰ ਜਿਸ ਨੂੰ ਤੂੰ ਰਖਵਾਲਾ ਮਾਰੇ ਤਿਸ ਕੌਣ। ਉਹ ਫਿਰ ਕਦੀ ਆਤਮਕ ਮੌਤੇ ਨਹੀਂ ਮਰਦੇ, ਸਰੀਰਕ ਮੌਤੇ ਤੇ ਇੱਕ ਦਿਨ ਸਾਰਿਆਂ ਨੇ ਹੀ ਜਾਣਾ ਹੀ ਜਾਣਾ। ਉਹ ਤੇ ਜਦੋਂ ਉਹਦਾ ਹੁਕਮ ਆਇਆ, ਜਨਮ ਵੀ ਹੁਕਮ ਵਿੱਚ ਹੈ, ਜੰਮਨ ਮਰਨਾ ਹੁਕਮ ਹੈ, ਭਾਣੇ ਆਵੇ ਜਾਏ, ਪਰ ਆਤਮ ਮੌਤੇ ਕਦੇ ਨਹੀਂ ਮਰਦੇ। ਤੇ ਉਹਨਾਂ ਵਾਸਤੇ ਮੁਕਤ ਜੁਗਤ ਭੁਗਤ ਤੇਰੀ ਸੇਵਾ, ਜਿਸ ਤੂੰ ਆਪ ਕਰਾਏ ਹੈ ਤਹਾਂ ਬੈਕੁੰਠ ਜਹਾਂ ਕੀਰਤਨ ਤੇਰਾ, ਤੂੰ ਆਪੇ ਸ਼ਰਧਾ ਲਾਏ ਹੈ। ਜਿਹੜਾ ਭਰਮਾਂ ਵਿੱਚ ਪੈ ਕੇ ਗੁਰਮਤਿ ਦੇ ਉਲਟ ਧਰਮ ਦੇ ਨਾਮ ਤੇ ਸਮਾਜਿਕ ਖੋਰ ਸਮਾਜ ਵਿੱਚ ਇਹੋ ਜਿਹੇ ਕਰਮ ਕਰਦਾ ਹੈ, ਸਮਝ ਲਵੋ ਗੁਰੂ ਕੇ ਪਿਆਰ ਵਾਲਿਓ ਉਹ ਗੁਰੂ ਦੇ ਨੇੜੇ ਹੋ ਕੇ ਵੀ ਸਤਿਗੁਰੂ ਗੁਰਦੇਵ ਪਿਤਾ ਜੀ ਤੋਂ ਬਹੁਤ ਦੂਰ ਹੈ। ਗੁਰਸਭਾ ਏਵ ਨਾ ਪਾਈਐ, ਨਾ ਨੇੜੇ ਨਾ ਦੂਰ, ਨਾਨਕ ਸਤਿਗੁਰ ਤਾਂ ਮਿਲੇ ਜਾਂ ਮਨ ਰਹੇ ਖਦੂਰ। ਫਿਰ ਤੇ ਸਾਡਾ ਸਾਰਿਆਂ ਦਾ ਫਰਜ਼ ਬਣਦਾ ਏ, ਜਿਹੜਾ ਅਸੀਂ ਖਾਲਸਾ ਜੀ ਦਾ ਸੰਪੂਰਨਤਾ ਦਿਵਸ ਨੇ ਮਨਾ ਕੇ ਹਟੇ ਹਾਂ, ਆਓ ਸਾਰੇ ਇਸ ਪੰਥ ਦੇ ਆਪਣੇ ਆਪ ਨੂੰ ਇੱਕ ਅੰਗ ਮੰਨ ਲਈਏ, ਬਣ ਜਾਈਏ। ਖਾਲਸਾ ਪੰਥ ਹੈ ਇੱਕ, ਕੋਈ ਵੀ ਜਥੇਬੰਦੀ ਇੱਕ ਪੰਥ ਨਹੀਂ ਹੋ ਸਕਦੀ, ਭਾਵੇਂ ਕੋਈ ਵੀ ਹੋਵੇ। ਸਾਰੀਆਂ ਜਥੇਬੰਦੀਆਂ ਜਿਵੇਂ ਇੱਕ ਰੁੱਖ ਦੀਆਂ ਵੱਖ-ਵੱਖ ਟਹਿਣੀਆਂ ਹੁੰਦੀਆਂ ਨੇ, ਸਾਡੇ ਸਰੀਰ ਦੇ ਵੱਖ-ਵੱਖ ਅੰਗ ਹੁੰਦੇ ਨੇ, ਪਰ ਇਕੱਲਾ ਇਕੱਠਾ ਕਵਾਂਗੇ ਤਾਂ ਸਰੀਰ ਕਵਾਂਗੇ। ਜੇ ਰੁੱਖ ਦੀਆਂ ਜੜ੍ਹਾਂ, ਤਣਾਂ, ਛਿਲਕੇ, ਪੱਤੇ, ਟਹਿਣੀਆਂ, ਫੁੱਲ, ਫਲ ਕਹੋਗੇ ਤੇ ਰੁੱਖ ਵਿੱਚੋਂ ਗਾਇਬ ਹੋ ਜਾਏਗਾ। ਇਸ ਲਈ
ਆਪਾਂ ਗੁਰੂ ਗ੍ਰੰਥ ਤੇ ਗੁਰੂ ਪੰਥ ਨਾਲ ਜੁੜ ਕੇ ਆਪਣਾ ਜੀਵਨ ਬਤੀਤ ਕਰਨਾ ਹੈ ਤਾਂ ਕਿ ਵਹਿਮਾਂ ਭਰਮਾਂ ਤੋਂ ਸਾਡੀ ਖਲਾਸੀ ਹੋ ਸਕੇ। ਧੰਨਵਾਦ ਜੁਗੋ ਜੁਗ ਅਟਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਜਿਨ੍ਹਾਂ ਨੇ ਰਹਿਮਤ ਬਖਸ਼ਿਸ਼ ਕਰਕੇ ਆਪਣੀ ਗੋਦ ਵਿੱਚ ਬਿਠਾ ਕੇ ਇਹ ਸੇਵਾ ਲਈ ਹੈ। ਤੇ ਸਮੁੱਚੇ ਪ੍ਰਬੰਧਕ ਦਾ ਵੀ ਤੇ ਸਮੁੱਚੇ ਸਟਾਫ ਜੋ ਇੱਥੇ ਸੇਵਾ ਨਿਭਾ ਰਹੇ ਨੇ, ਗੁਰੂ ਕੇ ਵਜ਼ੀਰ, ਸਾਰਿਆਂ ਦਾ ਧੰਨਵਾਦ। ਵਿਚਾਰ ਕਰਦਿਆਂ ਹੋਈਆਂ ਭੁੱਲਾਂ ਲਈ ਦਾਸਰਾ ਖਿਮਾ ਦਾ ਜਾਚਕ ਹੈ। ਬੁਲਾਓ ਫਤਿਹ ਜੀ, ਆਖੋ ਵਾਹਿਗੁਰੂ ਜੀ ਕਾ ਖਾਲਸਾ